आप लिहो तुम कथा कथा। सुधारी। सतनाम श्री वाहिगुरु साहिब जी। चौपाई। ओत श्री हरगोविंद की गाथा, सुनो संत सिख प्रीति साथा। सुपटन बृंद सकोलन करैं, आयुध विद्या मह हित धरैं। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ। ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਸਫਲਿਆਂ ਕਰ ਰਹੇ ਹੋ। ਮਸਤਕ ਲੱਗਾ ਸਾਧ ਰੇਣ ਵਡਭਾਗ, ਜਿਨ੍ਹਾਂ ਦੇ ਬੜੇ ਵੱਡੇ ਭਾਗ ਹੁੰਦੇ, ਉਹਨਾਂ ਨੂੰ ਸਤਸੰਗ ਦੀਆਂ ਇਹ ਘੜੀਆਂ ਪ੍ਰਾਪਤ ਹੁੰਦੀਆਂ। ਗੁਰੂ ਮਹਾਰਾਜ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਉਣ ਨੂੰ ਮਿਲਦੀ ਹੈ। ਧੰਨ ਸਤਿਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਜੀ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਐਸੇ ਦੀਨ ਦਿਆਲ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਜਾਣ ਕਰਕੇ ਆਪ ਜੀ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਕਾਰਯੋਗ ਭਾਈ ਸਾਹਿਬ ਬਲਦੇਵ ਸਿੰਘ ਜੀ ਵਡਾਲਾ ਜੀ ਸ੍ਰੀ ਦਰਬਾਰ ਸਾਹਿਬ ਜੀ ਦੇ ਕੀਰਤਨੀਏ ਹਨ। ਉਹਨਾਂ ਨੇ ਆਪ ਜੀ ਨੂੰ ਅੰਮ੍ਰਿਤਮਈ ਗੁਰੂ ਦੀ ਬਾਣੀ ਨਾਲ ਜੋੜਨਾ ਹੈ। ਉਸ ਤੋਂ ਪਹਿਲਾਂ ਜੋ ਲੜੀਵਾਰ ਇਤਿਹਾਸ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਲੜੀਵਾਰ ਕਥਾ ਚੱਲ ਰਹੀ ਹੈ, ਆਪ ਜੀ ਪ੍ਰੇਮ ਸਹਿਤ ਸਰਵਣ ਕਰ ਰਹੇ ਹੋ। ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਜੀਵਾਂ ਦਾ ਕਲਿਆਣ ਕੀਤਾ ਹੈ, ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ੇ ਹਨ, ਉਹ ਸਾਰਾ ਪ੍ਰਸੰਗ ਆਪ ਜੀ ਸਰਵਣ ਕਰੋ। ਪ੍ਰੇਮ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਓਤ ਸ੍ਰੀ ਹਰਗੋਬਿੰਦ ਕੀ ਗਾਥਾ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਕਥਾ ਸਰਵਣ ਕਰੀਏ। ਸੁਨੋ ਸੰਤ ਸਿਖ ਪ੍ਰੀਤੀ ਸਾਥਾ, ਇਹ ਗੁਰਸਿੱਖ ਪਿਆਰਿਓ ਪ੍ਰੇਮ ਨਾਲ ਸ਼ਰਧਾ ਨਾਲ ਸਰਵਣ ਕਰੋ। ਭਟਨ ਬ੍ਰਿੰਦ ਸਕੋਲਨ ਕਰੈ, ਮਹਾਰਾਜ ਸੱਚੇ ਪਾਤਸ਼ਾਹ ਬਹੁਤ ਸਾਰੀਆਂ ਫੌਜਾਂ ਇਕੱਠੀਆਂ ਕਰੇ, ਦਿਨੋਂ ਦਿਨ ਸੂਰਬੀਰ ਯੋਧਿਆਂ ਦੀ ਫੌਜ ਵਧਾਈ ਜਾਂਦੇ ਹਨ। ਆਯੁਧ ਵਿਦਿਆ ਮਹਿ ਹਿਤ ਧਰੈ, ਔਰ ਸ਼ਸਤਰ ਵਿਦਿਆ 'ਚ ਬਹੁਤ ਧਿਆਨ ਦਿੰਦੇ ਹਨ। ਸਾਰਾ ਦਿਨ ਸੂਰਬੀਰਾਂ ਕੋਲੋਂ ਸ਼ਸਤਰ ਵਿਦਿਆ ਦਾ ਅਭਿਆਸ ਕਰਾਉਂਦੇ ਹਨ। ਛੋਰ ਹੈ ਬਾਨ ਤੁਫੰਗਨ ਭਰ ਭਰ, ਮਹਾਰਾਜ ਸੱਚੇ ਪਾਤਸ਼ਾਹ ਬੰਦੂਕਾਂ ਭਰ ਭਰ ਕੇ ਨਿਸ਼ਾਨੇਬਾਜ਼ੀ ਕਰਦੇ ਨੇ, ਤੀਰ ਅੰਦਾਜ਼ੀ ਕਰਦੇ ਨੇ। ਹੱਥ ਹੈ ਨਿਸ਼ਾਨੋ ਆਗੈ ਧਰ ਧਰ, ਦੂਰ ਦੂਰ ਨਿਸ਼ਾਨਾ ਰੱਖ ਕੇ ਨਿਸ਼ਾਨਾ ਫੁੰਡਦੇ ਨੇ। ਜਿੰਨਾ ਜ਼ਿਆਦਾ ਦੂਰ ਕਿਸੇ ਦਾ ਨਿਸ਼ਾਨਾ ਪੱਕਾ ਲੱਗਦਾ, ਉਸ ਯੋਧੇ ਨੂੰ ਮਹਾਰਾਜ ਸਨਮਾਨ ਦਿੰਦੇ ਨੇ, ਬਖਸ਼ਿਸ਼ਾਂ ਦਿੰਦੇ ਨੇ। ਕਬਹੁ ਅਖੇਰ ਬ੍ਰਿਤ ਕੋ ਕਰੈ, ਤੇ ਕਦੀ ਕਦੀ ਮਹਾਰਾਜ ਸੱਚੇ ਪਾਤਸ਼ਾਹ ਸ਼ਿਕਾਰ ਖੇਡਣ ਵੀ ਚੜ੍ਹਦੇ ਨੇ। ਮ੍ਰਿਗਨ ਉਧਾਰੈ ਪ੍ਰਾਨ ਜੇ ਹਰੈ, ਜੰਗਲ ਵਿੱਚ ਜਾ ਕੇ ਜਾਨਵਰਾਂ ਦਾ, ਹਿਰਨਾਂ ਦਾ, 12 ਸਿੰਘਿਆਂ ਦਾ, ਸੂਰਾਂ ਦਾ, ਸੱਸਿਆਂ ਦਾ ਸ਼ਿਕਾਰ ਖੇਡਦੇ ਨੇ, ਉਹਨਾਂ ਦਾ ਉਧਾਰ ਕਰਦੇ ਨੇ ਸਤਿਗੁਰੂ ਜੀ। ਸਿੱਖ ਸੰਗਤ ਚਹੁ ਦਿਸ ਤੇ ਆਵਹਿ, ਇਸ ਤਰ੍ਹਾਂ ਮਹਾਰਾਜ ਦੇ ਨਾਲ ਫੌਜਾਂ ਦਾ ਵੀ ਗੁਰੂ ਦੀਆਂ ਦਾ ਪਿਆਰ ਹੈ, ਤੇ ਸੰਗਤਾਂ ਵੀ ਚੌਹਾਂ ਦਿਸ਼ਾਵਾਂ ਤੋਂ, ਉੱਤਰ ਦੱਖਣ ਪੂਰਬ ਪੱਛਮ ਤੋਂ ਆਉਂਦੀਆਂ ਹਨ। ਮਨ ਬਾਂਛਤ ਗੁਰ ਤੇ ਬਰ ਪਾਵਹਿ, ਪਰ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਮਹਾਂਵਾਕ ਅਨੁਸਾਰ ਜੋ ਕੋਈ ਇੱਛਾ ਕਰਦਾ ਹੈ, ਸਤਿਗੁਰੂ ਦੇ ਦਰ ਤੋਂ ਪੂਰੀ ਹੁੰਦੀ ਹੈ। ਕੀਰਤ ਕਿਦੋ ਮਾਲਤੀ ਫੂਲੀ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਕੀਰਤੀ, ਉਹਨਾਂ ਦਾ ਜਸ ਇਸ ਤਰ੍ਹਾਂ ਸਮਝ ਲਓ ਜਿਵੇਂ ਮਾਲਤੀ ਦੇ ਫੁੱਲ ਖਿੜੇ ਹੁੰਦੇ ਹਨ। ਪੰਕਤ ਕਿਦੋ ਮਰਾਲਨ ਭੂਲੀ, ਜਾਂ ਇੰਜ ਸਮਝ ਲਓ ਵੀ ਕਿਤੇ ਹੰਸਾਂ ਦੀ ਡਾਰ ਹੀ ਉੱਡ ਕੇ ਆ ਗਈ ਹੋਵੇ ਭੁੱਲ ਕੇ। ਕਿਦੋ ਚੰਦਰ ਕਾ ਜਗਤ ਬਿਥਾਰੀ, ਜਾਂ ਏਦਾਂ ਸਮਝ ਲਓ ਵੀ ਚੰਦਰਮਾ ਦੀ ਚਾਂਦਨੀ ਸਾਰੇ ਪਾਸੇ ਪਸਰ ਗਈ ਹੋਵੇ। ਭਾਰਤ ਸਮ ਉਚ ਰਹਿ ਨਰ ਨਾਰੀ, ਆ ਪਾਰੇ ਵਰਗੀ ਦੁੱਧ ਵਰਗੀ ਚਿੱਟੀ ਗੁਰੂ ਦੀ ਕੀਰਤੀ ਹਰ ਕੋਈ ਇਸਤਰੀ ਪੁਰਸ਼ ਬੱਚਾ ਬੁੱਢਾ ਕਰਦਾ ਹੈ। ਚਹੋ ਦੇਸ਼ ਮੈਂ ਜੇ
ਕਹਾਂ ਸੁਹਾਲੀ। ਕਹਿੰਦੇ ਸਾਰੇ ਸੰਸਾਰ ਵਿੱਚ ਚੌਹਾਂ ਦਿਸ਼ਾਂ 'ਚ ਉੱਤਰ ਦੱਖਣ ਪੋਬਰ ਪਸ਼ਚਿਮ ਜੈ ਜੈ ਕਾਰਜ ਪੰਥ ਨਰਾ। ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਜੈਕਾਰੇ ਬੋਲਦੇ ਹਨ। ਰਾਏ ਬੇਲ ਕਹਿ ਖਿਰੀ ਚੰਬੇਲੀ। ਕਹਿੰਦੇ ਇੰਜ ਲੱਗਦਾ ਜਿਵੇਂ ਚਮੇਲੀ ਦਾ ਫੁੱਲ ਖਿੜਿਆ ਹੋਵੇ, ਸਾਰੇ ਪਾਸੇ ਚਿੱਟਾ ਹੀ ਚਿੱਟਾ ਹੋਵੇ, ਜਾਂ ਰਾਏ ਬੇਲ ਖਿੜੀ ਹੋਵੇ। ਜੋਧਾ ਗੁਰੂ ਮਹਾ ਉਪਕਾਰੀ। ਸਾਰੇ ਪਾਸੇ ਜਸ ਫੈਲ ਗਿਆ ਵੀ ਬੜੇ ਯੋਧੇ ਹਨ, ਬੜੇ ਸੂਰਮੇ ਹਨ। ਦਲ ਭੰਜਨ ਗੁਰ ਸੂਰਮਾ, ਬੜ ਯੋਧਾ ਬਹੁ ਪਰਉਪਕਾਰੀ। ਘਰ ਘਰ ਵਿੱਚ ਛੇਵੇਂ ਪਾਤਸ਼ਾਹ ਦੀਆਂ ਵਾਰਾਂ ਗਾਈਆਂ ਜਾ ਰਹੀਆਂ ਨੇ। ਹਿਰਦੈ ਗਿਆਨ ਘਨ ਸਦਾ ਇੱਕ ਸਾਰੀ। ਬਾਹਰੋਂ ਸੂਰਬੀਰ ਯੋਧਿਆਂ ਰਾਜਿਆਂ ਮਹਾਰਾਜਿਆਂ ਵਾਲਾ ਠਾਠ ਹੈ, ਅੰਦਰੋਂ ਬ੍ਰਹਮ ਗਿਆਨੀ ਵਾਲਾ ਵਰਤਾਰਾ ਹੈ। ਸਾਧ ਸੰਗਤ ਜੀ, ਅੰਦਰੋਂ ਮੁਕਤ ਲੇਪ ਕਦੇ ਨਾ ਲਾਏ। ਅੰਦਰੋਂ ਮੁਕਤ ਹਨ, ਸੰਸਾਰ ਦੀ ਮਾਇਆ 'ਚ ਨਿਰਲੇਪ ਰਹਿ ਰਹੇ ਹਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਬਾਹਰੋਂ ਰਾਜਿਆਂ ਮਹਾਰਾਜਿਆਂ ਦੀ ਤਰ੍ਹਾਂ ਕਲਗੀ ਤੋੜੇ ਲਾ ਕੇ ਮੀਰੀ ਪੀਰੀ ਦਾ ਸਾਜੋ ਸਮਾਨ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਰਕੇ ਮੀਰੀ ਪੀਰੀ ਨੂੰ ਇਕੱਠਿਆਂ ਕਰਕੇ ਵਿਚਰ ਰਹੇ ਹਨ। ਦੇਸ਼ ਵਿਦੇਸ਼ਨ ਸਗਲ ਜਹਾਨ। ਦੇਸ਼ਾਂ ਵਿੱਚ ਪ੍ਰਦੇਸ਼ਾਂ ਵਿੱਚ ਸਾਰੀ ਦੁਨੀਆ ਵਿੱਚ ਤੁਰਤ ਸਹਾਇਕ ਹੋਏ ਸੁਖਦਾਨ। ਜਿੱਥੇ ਕੋਈ ਸਿੱਖ ਅਰਦਾਸ ਕਰਦਾ ਉੱਥੇ ਜਾ ਕੇ ਉਹਦੀ ਸਹਾਇਤਾ ਕਰਦੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ, ਭੀਰ ਪਰੇ ਧੀਰ ਦੇ ਸਤੰਭ ਜੈਸੇ ਮਹਾਂਵੀਰ ਰक्षक जनों के मिले दुखत समाज के। एक समय विघ्न तरंग चै उतंग उठे तहाँ गुरु आन बने खेवट जहाज के। जिथे सिख दा जहाज डुੱਬਣ लगदा आप मलाह बन ਜਾਂਦੇ ਹੈ। ਵਿਘਨਾਂ ਤੋਂ ਦੁੱਖਾਂ ਤੋਂ ਬਚਾਉਂਦੇ ਆਪਣੇ ਸਿੱਖਾਂ ਨੂੰ। ਅਨੇਕ ਕਾਮਨਾ ਹਲਤ ਮਜਾਰੀ। ਇਹ ਸੰਸਾਰ ਦੇ ਵਿੱਚ ਸਿੱਖਾਂ ਦੀਆਂ ਜਿੰਨੀਆਂ ਕਾਮਨਾ ਹਨ, ਜਿੰਨੀਆਂ ਲੋੜਾਂ ਹਨ, ਪੁਰਵਹਿ ਸਿੱਖਨ ਬਿਰਦ ਸੰਭਾਰੀ। ਆਪਣਾ ਬਿਰਦ ਸੰਭਾਲ ਕੇ ਸਿੱਖਾਂ ਦੀਆਂ ਉਹ ਕਾਮਨਾ ਪੂਰੀਆਂ ਕਰਦੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨ। ਲੋਕ ਦੇ ਚ ਸਾਰੇ ਸੁੱਖ ਆਪਣੇ ਸਿੱਖਾਂ ਨੂੰ ਦਿੰਦੇ ਹਨ। ਪਲਤ ਬਿਖੈ ਨਿਜ ਸੇਵਕ ਸਾਰੇ। ਤੇ ਪਰਲੋਕ ਵਿੱਚ ਵੀ ਸਿੱਖਾਂ ਦੀ ਬਾਹ ਫੜਦੇ ਨੇ। ਜਿੱਥੇ ਔਕੜ ਗਲੀਆਂ ਪੀੜੀਆਂ, ਤਿੱਥੇ ਹਰ ਹਰ ਮੁਕਤ ਕਰਾਹੇ। ਜਿੱਥੇ ਜਮਦੂਤਾਂ ਦਾ ਡੰਡਾ ਸਿਰ 'ਚ ਪੈਂਦਾ, ਉੱਥੇ ਸਤਿਗੁਰੂ ਸਹਾਈ ਹੋ ਕੇ ਜਮਾਂ ਤੋਂ ਵੀ ਛੁਡਾ ਲੈਂਦੇ ਹਨ। ਜਮ ਪੀਰਾ ਤੇ ਲੈ ਤੇ ਉਬਾਰੇ। ਆਪਣੇ ਸਿੱਖ ਨੂੰ ਜਮਾਂ ਤੋਂ ਵੀ ਛੁਡਾ ਲੈਂਦੇ ਤੇ ਸੰਸਾਰ 'ਚ ਵੀ ਛੁਡਾ ਲੈਂਦੇ ਆ। ਜਦੋਂ ਜਹਾਂਗੀਰ ਨੇ ਕਿਹਾ, ਮਹਾਰਾਜ ਇਹਨਾਂ 52 ਰਾਜਿਆਂ ਨੂੰ ਛੱਡਣਾ ਮੇਰੇ ਵੱਸ ਦੀ ਗੱਲ ਨਹੀਂ, ਮੈਂ ਕਾਨੂੰਨ ਬਣਾਇਆ ਇਹ ਰਾਜੇ ਕਦੀ ਗਵਾਲੀਅਰ ਦੀ ਜੇਲ੍ਹ 'ਚੋਂ ਜਿਉਂਦੇ ਤਾਂ ਕਿ ਮਰ ਕੇ ਵੀ ਨਹੀਂ ਨਿਕਲ ਸਕਦੇ, ਇਹਨਾਂ ਦੀ ਲਾਸ਼ ਵੀ ਬਾਹਰ ਨਹੀਂ ਜਾ ਸਕਦੀ। ਤੁਸੀਂ ਆਪ ਗਵਾਲੀਅਰ ਦੇ ਕਿਲੇ ਤੋਂ ਬਾਹਰ ਆ ਜਾਓ, ਪਰ ਇਹਨਾਂ ਰਾਜਿਆਂ ਨੂੰ ਛਡਾਉਣ ਦੀ ਜਿੱਦ ਨਾ ਕਰੋ। ਤੇ ਛੇਵੇਂ ਪਾਤਸ਼ਾਹ ਮਹਾਰਾਜ ਕੀ ਬਚਨ ਕਹੇ ਸਨ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ, ਜੋ ਨਰ ਆਤੁਰ ਹੋਇ ਇੱਕ ਬੇਰਾ, ਕਹੈ ਸ੍ਰੀ ਹਰਗੋਬਿੰਦ ਮੈਂ ਅਬ ਤੇਰਾ। ਕਹਿ ਕਿ ਕੋਈ ਬੰਦਾ ਦੁਖੀ ਹੋ ਕੇ ਪੁਕਾਰ ਕਰੇ ਵੀ ਹੇ ਗੁਰੂ ਹਰਗੋਬਿੰਦ ਸਾਹਿਬ, ਮੈਂ ਹੁਣ ਤੇਰੀ ਸ਼ਰਨ ਵਿੱਚ ਹਾਂ, ਮੈਨੂੰ ਹੁਣ ਸਿਰਫ ਤੇਰਾ ਸਹਾਰਾ ਹੈ। ਕਹਾਂ ਕਠਨ ਹੈ ਇਹਾਂ ਛਡਾਵਨ, ਨਿਕਟ ਨ ਦਿਓ ਦੂਤ ਜਮ ਆਵਨ। ਇਹ ਗਵਾਲੀਅਰ ਦੇ ਕਿਲੇ 'ਚੋਂ ਛੁਡਾਉਣਾ ਤਾਂ ਕੋਈ ਵੱਡੀ ਗੱਲ ਹੀ ਨਹੀਂ, ਮੈਂ ਤੇ ਆਪਣੇ ਸਿੱਖ ਨੂੰ ਜਮਾਂ ਤੋਂ ਛੁਡਾ ਲੈਣਾ। ਇਹੋ ਜਿਹੇ ਮਹਾਰਾਜ ਸੱਚੇ ਪਾਤਸ਼ਾਹ ਹਲਤ ਦੇ ਵੀ ਰਾਖੇ ਹਨ, ਪਲਤ ਦੇ ਵੀ ਰਾਖੇ ਹਨ। ਜਾਨਹਿ ਜਗ ਮਹਿ ਪੀਰ ਅਨੇਕ। ਸਾਧ ਸੰਗਤ ਜੀ, ਦੁਨੀਆ ਦੇ ਪੀਰ ਫਕੀਰ ਆ ਕੇ ਚਰਨਾਂ 'ਚ ਮੱਥਾ ਟੇਕਦੇ ਨੇ, ਕਿਉਂਕਿ ਪੀਰਾਂ ਦੇ ਪੀਰ ਹਨ। ਛਟਮ ਪੀਰ ਬੈਠਾ ਗੁਰ ਭਾਰੀ। ਹਾਂਜੀ, ਗੁਰ ਬੜ ਸਮਰੱਥ ਜਲਦ ਵਿਵੇਕ। ਬੜੇ ਸਮਰੱਥ ਸਤਿਗੁਰੂ ਗਿਆਨ ਦੇ ਸਮੁੰਦਰ ਹਨ। ਸਿੱਧ ਤਪੇ ਪੰਡਤ ਬ੍ਰਹਮਚਾਰੀ। ਮਹਾਰਾਜ ਕੋਲ ਸਾਰੇ ਧਰਮਾਂ ਦੇ, ਸਾਰੀਆਂ ਸੰਪਰਦਾਵਾਂ ਦੇ, ਸਾਰੇ ਮਤਾਂ ਦੇ ਲੋਕ ਆਉਂਦੇ ਆ। ਮੁਸਲਮਾਨਾਂ ਦੇ ਪੀਰ ਫਕੀਰ ਸਾਈਂ ਮੀਆਂ ਮੀਰ ਜੀ ਵਰਗੇ ਆਉਂਦੇ ਆ। ਬੜੇ ਬੜੇ ਵਿਦਵਾਨ ਪੰਡਤ ਨਿਤਿਆਨੰਦ ਜੀ ਵਰਗੇ ਆਉਂਦੇ ਆ। ਮਹਾਰਾਜ ਦੇ ਕੋਲ ਬੜੇ ਬੜੇ ਬ੍ਰਹਮਚਾਰੀ, ਜੋਗੀ, ਜਤੀ, ਸੰਨਿਆਸੀ, ਵੱਖਰੀਆਂ ਵੱਖਰੀਆਂ ਸੰਪਰਦਾਵਾਂ ਤੇ ਵੱਖਰੇ ਵੱਖਰੇ ਭੇਸਾਂ ਵਾਲੇ ਸਾਧੂ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਉਂਦੇ ਹਨ। ਪ੍ਰਭ ਮਾਰਗ ਕੇ ਜੇ ਹਿਤਕਾਰੀ। ਜਿਹੜੇ ਰੱਬ ਨੂੰ ਮਿਲਣਾ ਚਾਹੁੰਦੇ, ਸਾਰੀਆਂ ਸੰਪਰਦਾਵਾਂ ਵਿੱਚ, ਸਾਰੇ ਪੰਥਾਂ ਵਿੱਚ,
ਸਾਧ ਸੰਗਤ ਜੀ, ਚੰਗੇ ਬੰਦੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ। ਨੇਕੀ ਬਦੀ ਹਰ ਥਾਂ ਤੇ ਖੜੀ ਹੋਈ ਹੈ। ਹਰ ਬੰਦੇ ਦੇ ਵਿੱਚ ਵੀ ਥੋੜੀ ਨੇਕੀ ਥੋੜੀ ਬਦੀ ਮਿਲੀ ਹੁੰਦੀ ਹੈ। ਸੰਸਾਰ ਤੇ ਕੋਈ ਬੰਦਾ ਵੀ ਦੁੱਧ ਧੋਤਾ ਨਹੀਂ ਹੁੰਦਾ। ਹਰ ਬੰਦੇ 'ਚ ਕੋਈ ਨਾ ਕੋਈ ਕਮੀ ਵੀ ਹੁੰਦੀ ਹੈ। ਜਿੱਥੇ ਕਮੀ ਹੁੰਦੀ ਹੈ ਉੱਥੇ ਗੁਣ ਵੀ ਹੁੰਦੇ ਹੈ। ਪਰ ਅਸੀਂ ਕੀ ਕਰਦੇ ਹਾਂ? ਅਸੀਂ ਕਮੀਆਂ ਦੇਖਦੇ ਹਾਂ, ਗੁਣ ਨਹੀਂ ਦੇਖਦੇ। ਲੋਕ ਅਵਗੁਣਾ ਕੀ ਬੰਨ੍ਹੈ ਗੰਠੜੀ, ਗੁਣ ਨਾ ਵਿਆਜੈ ਕੋਈ। ਕਿਸੇ ਬੰਦੇ 'ਚ 99 ਗੁਣ ਹੋਣ, ਇੱਕ ਔਗਣ ਵੇਖ ਕੇ ਉਹਦੇ 99 ਗੁਣ ਛੱਡ ਦਿੰਦੇ ਆ। ਸਾਰੀਆਂ ਸੰਪਰਦਾਵਾਂ, ਸਾਰੇ ਧਰਮਾਂ ਵਿੱਚ ਮਹਾਂਪੁਰਸ਼ ਵੀ ਹੁੰਦੇ ਆ ਤੇ ਦੁਸ਼ਟ ਪੁਰਸ਼ ਵੀ ਹੁੰਦੇ ਆ। ਸੋ ਕੋਈ ਸੰਪਰਦਾ ਮੁੱਢੋਂ ਚੰਗੀ ਨਹੀਂ ਹੁੰਦੀ, ਕੋਈ ਮੁੱਢੋਂ ਮਾੜੀ ਵੀ ਨਹੀਂ ਹੁੰਦੀ। ਗੁਰੂ ਸਾਹਿਬ ਦੇ ਕੋਲ ਸਾਰੀਆਂ ਸੰਪਰਦਾਵਾਂ ਦੇ ਲੋਕ ਆਉਂਦੇ। ਸੰਨਿਆਸੀ ਆਉਂਦੇ, ਬੈਰਾਗੀ ਆਉਂਦੇ, ਜੋਗੀ ਜੰਗਮ ਆਉਂਦੇ, ਵੈਸ਼ਨੂ ਸਾਧੂ ਆਉਂਦੇ ਆ, ਹੋਰ ਕਈ ਧਰਮਾਂ ਦੇ, ਮੁਸਲਮਾਨਾਂ ਦੇ ਪੀਰ ਫਕੀਰ ਆਉਂਦੇ ਆ। ਮਹਾਰਾਜ ਸਾਰਿਆਂ ਨੂੰ ਪਿਆਰ ਕਰਦੇ। ਕਿਹਨਾਂ ਨੂੰ? ਜਿਹੜੇ ਉਹ ਰੱਬ ਨੂੰ ਮਿਲਣਾ ਚਾਹੁੰਦੇ। ਗੁਰੂ ਕੋਲ ਆਉਂਦੇ ਹੀ ਉਹ ਨੇ। ਸਾਰੀਆਂ ਸੰਪਰਦਾਵਾਂ ਵਿੱਚ ਉਹ ਬੰਦੇ ਵੀ ਹੁੰਦੇ ਆ ਜਿਹੜੇ ਰੱਬ ਨੂੰ ਮਿਲਣਾ ਚਾਹੁੰਦੇ। ਜਗਿਆਸੂ, ਉਹ ਜਗਿਆਸੂ ਬੰਦੇ ਸਤਿਗੁਰਾਂ ਕੋਲ ਆਉਂਦੇ ਹਨ। ਛੇਵੇਂ ਪਾਤਸ਼ਾਹ ਜੀ ਕੋਲ ਨਾਨਾ ਬਿਰਜੇ ਸ਼ਕਤ ਧਰਈਆ। ਔਰ ਕੋਈ ਮਾੜੇ ਮੋਟੇ ਨਹੀਂ ਹੁੰਦੇ, ਬੜੀਆਂ ਸ਼ਕਤੀਆਂ ਵਾਲੇ ਹੁੰਦੇ ਆ, ਬੜੇ ਤਪਸਵੀ, ਜਪੀ ਤਪੀ। ਉਹਨਾਂ ਕੋਲ ਪਾਵਰਾਂ, ਕਰਾਮਾਤਾਂ, ਸ਼ਕਤੀਆਂ, ਅਜਮਤਾਂ ਹੁੰਦੀਆਂ ਹਨ। ਸਭ ਸਤਿਗੁਰ ਕੀ ਚਹਿਤ ਸਹਈਆ। ਪਰ ਐਡੀਆਂ ਵੱਡੀਆਂ ਪਾਵਰਾਂ ਦੇ ਬਾਵਜੂਦ ਵੀ ਪ੍ਰਮਾਤਮਾ ਨੂੰ ਮਿਲਣ ਲਈ ਗੁਰੂ ਦੀ ਲੋੜ ਪੈਂਦੀ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਜਿੰਨੀ ਮਰਜ਼ੀ ਰਿੱਧੀ ਸਿੱਧੀ ਕਰਾਮਾਤ ਸ਼ਕਤੀ ਕਈ ਪ੍ਰਕਾਰ ਦੀ ਹੋਵੇ, ਪਰ ਗੁਰੂ ਤੋਂ ਬਿਨਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ, ਅਕਾਲ ਪੁਰਖ ਦੇ ਸਰੂਪ ਦੀ ਪ੍ਰਾਪਤੀ ਨਹੀਂ। ਇਸ ਕਰਕੇ ਬਾਣੀ ਚਾਹੁੰਦਾ ਰਿੱਧ ਸਿੱਧ ਅਵਰਾ ਸਾਧ। ਰਿੱਧੀਆਂ ਸਿੱਧੀਆਂ ਦਾ ਹੋਰ ਹੀ ਸਵਾਦ ਹੈ, ਪਰਮਾਰਥ ਦੀ ਗੱਲ ਹੋਰ ਹੈ। ਸੋ ਜਿਹੜੇ ਪਰਮਾਰਥ ਦੇ ਪਾਂਧੀ ਹਨ ਉਹ ਮਹਾਰਾਜ ਸਾਹਿਬ ਜੀ ਦੀ ਸਹਾਇਤਾ ਚਾਹੁੰਦੇ ਹਨ। ਸ਼ਰਨੀ ਭਰਿਓ ਆਨ ਕਰ ਜੋ। ਜਿਹੜਾ ਵੀ ਸ਼ਰਨ ਪੈ ਜਾਂਦਾ। ਆ ਪਿੱਛੇ ਜੀ ਕਥਾ ਆਪਾਂ ਸੁਣੀ ਹੈ, ਕਸ਼ਮੀਰ ਵੱਲ ਦੇ ਰਹਿਣ ਵਾਲੇ ਮੁਸਲਮਾਨ ਜਾਨੀ ਤੇ ਇਸੇ ਤਰ੍ਹਾਂ ਇੱਕ ਹੋਰ ਖਵਾਜਾ ਨਾਮ ਦਾ ਮੁਸਲਮਾਨ, ਉਹ ਗੁਰੂ ਸਾਹਿਬ ਕੋਲ ਆਏ ਸਨ ਵੀ ਮਹਾਰਾਜ ਸਾਨੂੰ ਪਰਮਾਤਮਾ ਦੇ ਦਰਸ਼ਨ ਕਰਾਉਣਗੇ। ਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਉਹ ਪਰਦਾ ਚੱਕ ਦਿੱਤਾ ਤੇ ਵਾਹਿਗੁਰੂ ਦੇ ਨਾਲ ਇੱਕਮਿਕ ਕਰ ਦਿੱਤਾ। ਇਹ ਨਹੀਂ ਪੁੱਛਿਆ ਵੀ ਤੁਸੀਂ ਹਿੰਦੂ ਹੋ ਜਾਂ ਤੁਸੀਂ ਮੁਸਲਮਾਨ ਹੋ, ਕਿਹੜੀ ਤੁਹਾਡੀ ਜਾਤ ਹੈ, ਕਿਹੜਾ ਤੁਹਾਡਾ ਧਰਮ ਹੈ, ਇਹ ਨਹੀਂ ਵੇਖਿਆ। ਬਸ ਜਗਿਆਸੂ ਹਨ, ਉਸ ਰੱਬ ਨੂੰ ਮਿਲਣਾ ਚਾਹੁੰਦੇ ਨੇ। ਉਹਦੀ ਬਾਹਰਲੀ ਜਾਤ ਨਹੀਂ ਪੁੱਛਣੀ। ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਵਾਹਿਗੁਰੂ ਦੇ ਦਰਬਾਰ 'ਚ ਜਾਤ ਥੋੜ੍ਹਾ ਜਾਂਦੀ ਹੈ, ਉੱਥੇ ਤੇ ਕਮਾਈ ਜਾਂਦੀ ਹੈ, ਜੋਤ ਜਾਂਦੀ ਹੈ। ਹਾਂਜੀ, ਦੋਹੇ ਲੋਕਨ ਸੁਖ ਪਾਵਤ ਸੋਊ। ਸਾਧ ਸੰਗਤ ਜਿਹੜਾ ਸਤਿਗੁਰਾਂ ਦੀ ਸ਼ਰਨ ਆ ਜਾਂਦਾ, ਲੋਕ ਪਰਲੋਕ ਦੇ ਸੁਖ ਪਾ ਲੈਂਦਾ ਹੈ। ਬਖਸ਼ੇ ਸ੍ਰੀ ਗੁਰ ਅਮਰ ਅਨੇਕ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਵੀ ਬੜੀ ਦੁਨੀਆ ਤਾਰੀ, ਬੜੀਆਂ ਬਖਸ਼ਾਂ ਕੀਤੀਆਂ। 22 ਮੰਜੀਆਂ ਸਿੱਖੀ ਦੇ ਪ੍ਰਚਾਰ ਲਈ ਕਾਇਮ ਕੀਤੀਆਂ। ਰਾਮਦਾਸ ਗੁਰ ਦੀਨ ਵਿਵੇਕ। ਤੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ 7 ਸਾਲ ਗੱਦੀ ਤੇ ਰਹੇ ਹੈ। ਸਾਧ ਸੰਗਤ ਜੀ, ਸਤਿਗੁਰੂ ਰਾਮਦਾਸ ਜੀ ਦਾ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਗੱਦੀ ਤੇ ਰਹਿਣ ਦਾ ਸਮਾਂ ਸਾਰਿਆਂ ਤੋਂ ਘੱਟ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤਾਂ ਲਗਭਗ 3 ਸਾਲ ਗੱਦੀ ਤੇ ਰਹੇ ਨੇ ਤੇ ਸਤਿਗੁਰੂ ਰਾਮਦਾਸ ਸਾਹਿਬ ਜੀ 7 ਸਾਲ ਗੱਦੀ ਤੇ ਰਹੇ ਨੇ। ਸਨ 1574 ਤੋਂ ਲੈ ਕੇ 1581 ਤੱਕ ਦਾ ਸਮਾਂ ਮਹਾਰਾਜ ਗੁਰੂ ਰਾਮਦਾਸ ਸਾਹਿਬ ਗੁਰਤਾ ਗੱਦੀ ਦਾ। ਇਹਨਾਂ 7 ਸਾਲਾਂ ਵਿੱਚ ਬੜੇ ਬੜੇ ਮਹਾਨ ਕਾਰਜ ਗੁਰੂ ਰਾਮਦਾਸ ਸਾਹਿਬ ਜੀ ਨੇ ਕਰਤੇ। ਸੰਗਤਾਂ ਨੂੰ ਪਰਮੇਸ਼ਰ ਨਾਲ ਜੋੜਿਆ, ਇੰਨੀ ਬਾਣੀ ਉਚਾਰਨ ਕੀਤੀ, ਨਿਮਰਤਾ, ਪਿਆਰ, ਹਲੀਮੀ ਦਾ ਪਾਠ ਪੜ੍ਹਾਇਆ, ਸਾਡੇ ਅੰਦਰ ਧੋਤੇ। ਸਾਧ ਸੰਗਤ ਜੀ, ਜਿੰਨਾ ਚਿਰ ਸਾਡਾ ਅੰਦਰ ਨਹੀਂ ਨਾ ਧੋਇਆ ਜਾਂਦਾ ਉਹਨਾਂ ਚਿਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਬਾਕੀ ਗੱਲਾਂ ਜਿੰਨੀਆਂ ਮਰਜ਼ੀ ਸੰਸਾਰ ਦੀਆਂ ਪ੍ਰਾਪਤੀਆਂ ਕਰ ਲਈਏ, ਸੰਸਾਰ ਦੀਆਂ ਪ੍ਰਾਪਤੀਆਂ ਕਰਨ ਲਈ ਚਤੁਰਾਈ ਚਾਹੀਦੀ ਹੈ, ਚੰਚਲਤਾਈ ਚਾਹੀਦੀ ਹੈ, ਪਰ ਪਰਮੇਸ਼ਰ ਦੀ ਪ੍ਰਾਪਤੀ ਲਈ ਚਤੁਰਾਈ ਛੱਡਣੀ ਪੈਂਦੀ ਹੈ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਗੱਲ ਸਮਝਾਈ ਸੀ, ਗੁਰੂ ਰਾਮਦਾਸ ਸਾਹਿਬ ਜੀ ਨੇ ਸਹਿਜ ਸੁਭਾਅ ਵਿੱਚ ਵਿਚਰ ਕੇ
ਉਹਦਾ ਸਾਖਸ਼ਾਤਕਾਰ ਨਮੂਨਾ ਪੇਸ਼ ਕੀਤਾ ਗੁਰੂ ਦੇ ਭਾਣੇ ਵਿੱਚ ਰਹਿ ਕੇ। ਹਾਂਜੀ। ਸ਼੍ਰੀ ਅਰਜਨ ਤੇ ਗਿਆਨ ਜੇ ਲਹੇ। ਫਿਰ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਗੱਦੀ ਤੇ ਬੈਠੇ। 25 ਸਾਲ 1581 ਤੋਂ ਲੈ ਕੇ 1606 ਸ਼ਹੀਦੀ ਪਾਉਣ ਤੱਕ ਇਹ 25 ਸਾਲ ਦਾ ਸਮਾਂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਬੇਅੰਤ ਸੰਗਤਾਂ ਨੂੰ ਤਾਰਿਆ। ਲੱਖਾਂ ਸਿੱਖ ਨਵੇਂ ਬਣੇ। ਜਿਹੜੇ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਦੇ ਸਮੇਂ ਦੇ ਸਿੱਖ ਸਨ, ਜਿਹੜੇ ਗੁਰੂ ਰਾਮਦਾਸ ਜੀ ਦੇ ਸਮੇਂ ਦੇ ਸਿੱਖ ਸਨ, ਜਿਹੜੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਦੇ ਸਿੱਖ ਸਨ, ਇਨਹੋਂ ਵਿਖੇ ਜੀਵਤ ਜੇ ਰਹੇ। ਜਿਹੜੇ ਉਹਨਾਂ ਜੋ ਜਿਉਂਦੇ ਹਨ ਬਜ਼ੁਰਗ, ਜਿਵੇਂ ਭਾਈ ਸਾਹਿਬ ਭਾਈ ਭਗਤੂ ਜੀ, ਭਾਈ ਸਾਹਿਬ ਭਾਈ ਬਹਿਲੋ ਜੀ, ਭਾਈ ਸਾਹਿਬ ਸਾਲੋ ਜੀ, ਇੱਦਾਂ ਹੋਰ ਵੀ ਗੁਰਸਿੱਖ ਹੋਏ ਨੇ ਜਿਹੜੇ ਵੱਡਿਆਂ ਗੁਰੂਆਂ ਦੇ ਸਮੇਂ ਦੇ ਸਿੱਖ ਸਨ। ਹਾਂਜੀ। ਸਭ ਆਵਹਿ ਗੁਰ ਕੇ ਦਰਬਾਰ। ਉਹ ਸਾਰੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਚ ਆਉਂਦੇ। ਗੁਰੂ ਸਾਹਿਬ ਜੀ ਦੀ ਉਮਰ ਛੋਟੀ ਹੈ, ਉਹਨਾਂ ਬਜ਼ੁਰਗਾਂ ਦੀ ਉਮਰ ਵੱਡੀ ਹੈ। ਕੋਈ 90 ਸਾਲਾਂ ਦਾ ਹੈ, ਕੋਈ 80 ਦਾ ਹੈ, ਕੋਈ 17 ਦਾ ਹੈ, ਪਰ ਉਹ ਇਹ ਨਹੀਂ ਦੇਖਦੇ ਵੀ ਅਸੀਂ ਵੱਡੇ ਹਾਂ। ਨਹੀਂ, ਇਹ ਗੁਰੂ ਦੀ ਜੋਤ ਉਮਰ ਤੋਂ ਪਰੇ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਗੁਰੂ ਹਰਗੋਬਿੰਦ ਸਾਹਿਬ, ਬਾਬਾ ਬੁੱਢਾ ਸਾਹਿਬ ਜੀ ਦਾ ਤੁਸੀਂ ਦੇਖਦੇ ਹੋ ਇਤਿਹਾਸ, ਆਪਾਂ ਸੁਣਿਆ ਕਿ ਮਹਾਰਾਜ ਸਾਹਿਬ 6ਵੇਂ ਪਾਤਸ਼ਾਹ ਨੂੰ ਪਰਮੇਸ਼ਰ ਰੂਪ ਕਰਕੇ ਹੀ ਜਾਣਦੇ ਸਨ। ਇਹ ਗੱਲ ਵੱਖਰੀ ਹੈ ਵੀ 6ਵੇਂ ਪਾਤਸ਼ਾਹ ਵੀ ਬਾਬਾ ਬੁੱਢਾ ਜੀ ਦਾ ਅਤਿਅੰਤ ਸਤਿਕਾਰ ਕਰਦੇ। ਦੋਵੇਂ ਮਹਾਂਪੁਰਸ਼ ਜਦੋਂ ਆਪਸ ਵਿੱਚ ਮਿਲਦੇ ਇੱਕ ਦੂਜੀ ਨੂੰ ਮੱਥਾ ਟੇਕਦੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਨੂੰ ਮੱਥਾ ਟੇਕਦੇ ਤੇ ਬਾਬਾ ਬੁੱਢਾ ਜੀ ਸਤਿਗੁਰੂ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਨਤਮਸਤਕ ਹੁੰਦੇ। ਸੋ ਇੱਥੇ ਕਹਿਣ ਦਾ ਕਵੀ ਜੀ ਦਾ ਇਹ ਅਭਿਪਰਾਏ ਹੈ ਵੀ ਜਿਹੜੇ ਬਜ਼ੁਰਗ ਗੁਰਸਿੱਖ ਗੁਰੂ ਤੀਸਰੇ ਪਾਤਸ਼ਾਹ ਦੇ ਸਮੇਂ ਸਿੱਖੀ ਧਾਰਨ ਕੀਤੀ, ਜਿਨ੍ਹਾਂ ਨੇ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਸਿੱਖੀ ਧਾਰਨ ਕੀਤੀ, ਜਿਨ੍ਹਾਂ ਨੇ 5ਵੇਂ ਪਾਤਸ਼ਾਹ ਦੇ ਸਮੇਂ ਸਿੱਖੀ ਧਾਰਨ ਕੀਤੀ, ਪੁਰਾਤਨ ਸਿੱਖ, ਉਹ 6ਵੇਂ ਪਾਤਸ਼ਾਹ ਦੇ ਵਿੱਚ ਵੀ ਉਸੇ ਜੋਤ ਨੂੰ ਵੇਖਦੇ ਹਨ। ਦਰਸ਼ਨ ਪਰਸਲ ਹੈ ਸੁਖ ਸਾਰ। ਉਹ ਮਹਾਰਾਜ ਦੇ ਦਰਸ਼ਨ ਕਰਕੇ ਪੂਰਨ ਆਨੰਦਿਤ ਹੁੰਦੇ ਆ, ਤ੍ਰਿਪਤ ਹੁੰਦੇ ਆ। ਉਹਨਾਂ ਨੂੰ ਕੋਈ ਕਮੀ ਮਹਿਸੂਸ ਨਹੀਂ ਹੁੰਦੀ। ਉਹਨਾਂ ਦੀ ਆਤਮਾ ਦੀ ਭੁੱਖ ਗੁਰੂ 6ਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਮਿਟ ਜਾਂਦੀ ਹੈ। ਕੇਤਕ ਗੁਰ ਕੇ ਨਿਕਟ ਰਹੰਤੇ। ਉਹਨਾਂ ਵਿੱਚੋਂ ਕਈ ਬ੍ਰਹਮ ਗਿਆਨੀ ਗੁਰਸਿੱਖ ਮਹਾਰਾਜ ਸਾਹਿਬ 6ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਹੀ ਰਹਿੰਦੇ ਆ। ਕੇਚਤ ਘਰ ਦੇਸ਼ਨ ਵਿਚਰੰਤੇ। ਤੇ ਕਈ ਆਪਣੇ ਪਿੰਡਾਂ ਨਗਰਾਂ ਨੂੰ ਵਾਪਸ ਵੀ ਚਲੇ ਜਾਂਦੇ ਆ, ਦੂਰ ਦੂਰ ਵਿਚਰ ਕੇ ਸਿੱਖੀ ਦਾ ਵੀ ਪ੍ਰਚਾਰ ਕਰਦੇ। ਸਿੱਖੀ ਦਾ ਪ੍ਰਚਾਰ ਜਿਹੋ ਜਿਹਾ ਅੱਜ ਹੈ ਸਾਧ ਸੰਗਤ ਜੀ, ਇਹੋ ਜਿਹਾ ਨਹੀਂ। ਅੱਜ ਮੀਡੀਆ ਸਾਡੇ ਕੋਲ ਬਹੁਤ ਹੈ, ਕਥਾਵਾਚਕ ਰਾਗੀ ਸਿੰਘ ਗਿਆਨੀ ਸਿੰਘ ਬਹੁਤ ਹਨ, ਪਰ ਪਰਮਾਰਥ ਦੀ ਗੱਲ ਕੋਈ ਨਹੀਂ ਦੱਸਦਾ। ਪਰਮੇਸ਼ਰ ਵੱਲ ਨਹੀਂ ਜੋੜਨਾ ਤੇ ਸਾਡੀ ਸੁਰਤੀ ਨੂੰ ਹੋਰ ਗੱਲਾਂ 'ਚ ਉਲਝਾਈ ਰੱਖਣਾ। ਉਹ ਗੁਰਸਿੱਖ ਇੱਦਾਂ ਪ੍ਰਚਾਰ ਨਹੀਂ ਸੀ ਕਰਦੇ। ਜਿੱਥੇ ਜਾਂਦੇ ਨਾਮ ਬਾਣੀ ਨਾਲ ਜੁੜੇ ਰਹਿੰਦੇ, ਸੇਵਾ ਸਿਮਰਨ ਕਰਦੇ, ਵੇਖ ਵੇਖ ਕੇ ਹੀ ਲੋਕ ਸਿੱਖ ਬਣ ਜਾਂਦੇ ਸਨ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ, ਮਿੱਤਰਿਆ ਸਾਡੜੇ ਸਈ, ਹਉ ਟੁਟੇਂਦੀ ਜਗ ਸਵਾਇਆ, ਜਨ ਨਾਨਕ ਵਿਰਲੇ ਕੇਈ। ਇਹੋ ਜੇ ਗੁਰੂ ਕੇ ਲਾਲ, ਗੁਰੂ ਕੇ ਪਿਆਰੇ, ਸਿੱਖ ਬਣਾਵਹਿ ਜਹ ਕਹਿ ਜਾਏ। ਉਹ ਜਿੱਥੇ ਜਾਂਦੇ ਪਿੰਡਾਂ ਸ਼ਹਿਰਾਂ 'ਚ ਲੰਘ ਜਾਂਦੇ, ਇਹਨਾਂ ਨੂੰ ਵੇਖ ਕੇ ਸੈਂਕੜੇ ਸਿੱਖ ਬਣ ਜਾਂਦੇ। ਕਹਿੰਦੇ ਇਹੋ ਜਿਹੇ ਸਿੱਖ ਬੜੇ ਚੰਗੇ ਆ, ਇਹਨਾਂ ਵਰਗੇ ਬਣੀਏ, ਨਿਤਨੇਮੀ ਬਣੀਏ, ਸੇਵਾ ਕਰੀਏ, ਲੋਕਾਂ ਦਾ ਭਲਾ ਕਰੀਏ, ਹਰ ਇੱਕ ਨਾਲ ਪ੍ਰੇਮ ਕਰੀਏ। ਗੁਰੂ ਕੇ ਸਿੱਖ ਬਣਦੇ ਹਨ। ਵਿਸਥਾਰੈ ਸਿੱਖੀ ਸਭ ਥਾਏ। ਮਹਾਰਾਜ ਦੇ ਉਹ ਪਿਆਰੇ ਸਿੱਖ ਜਿੱਥੇ ਜਾਂਦੇ ਨੇ ਸਿੱਖੀ ਦਾ ਵਾਧਾ ਕਰਦੇ। ਸਾਧ ਸੰਗਤ ਜੀ, ਜਿੱਥੇ ਜਾਏ ਵਹੀਐ ਭਲਾ ਕਹੀਐ। ਇਹ ਸਾਨੂੰ ਗੁਰੂ ਦੀ ਸਿੱਖਿਆ। ਕਿਤੇ ਵੀ ਜਾਓ ਸੰਸਾਰ 'ਚ ਗੁਰੂ ਦੀ ਗੱਲ ਕਰੋ, ਭਲੀ ਗੱਲ ਕਰੋ, ਚੰਗੀ ਗੱਲ ਕਰੋ। ਆਪਣੀਆਂ ਅੱਖਾਂ ਨੂੰ, ਆਪਣੀਆਂ ਕੰਨਾਂ ਨੂੰ, ਆਪਣੇ ਹੱਥਾਂ ਪੈਰਾਂ ਨੂੰ ਗੁਰਮਤਿ ਅਨੁਸਾਰ ਢਾਲੋਗੇ, ਤੁਹਾਨੂੰ ਵੇਖ ਕੇ ਦੂਜੇ ਆਪੇ ਹੀ ਸਿੱਖ ਬਣ ਜਾਣਗੇ। ਹਾਂਜੀ। ਭਾਈ ਬਹਿਲੋ ਆ ਭਗਤੂ ਆਦਿਕ। ਭਾਈ ਸਾਹਿਬ ਭਾਈ ਬਹਿਲੋ ਜੀ, ਭਾਈ ਬਹਿਲੋ ਸਭ ਤੋਂ ਪਹਿਲੋਂ, ਭਾਈ ਸਾਹਿਬ ਭਾਈ ਭਗਤੂ ਜੀ, ਇਸ ਤਰ੍ਹਾਂ ਦੇ ਹੋਰ ਵੀ ਪੁਰਾਤਨ ਗੁਰਸਿੱਖ ਹਨ। ਦੇਸ਼ ਵਿਦੇਸ਼ ਕਰਹਿ ਸਿੱਖ ਸਾਧਕ। ਉਹ ਜਿੱਥੇ ਜਾਂਦੇ ਆ ਨਾ, ਜਿਹੜੀ ਪਿੰਡ ਗਲੀ ਚੋਂ ਲੰਘ ਜਾਂਦੇ, ਉੱਥੇ ਹੀ ਸੈਂਕੜੇ ਸਿੱਖ ਬਣ ਜਾਂਦੇ ਆ। ਉਹਨਾਂ ਦੀ ਸੁਗੰਧੀ ਐਸੀ ਹੈ, ਉਹਨਾਂ ਦੇ ਦਰਸ਼ਨ ਹੀ ਐਸੇ ਮਹਾਂਪੁਰਸ਼ਾਂ ਦੇ। ਸਾਧ ਸੰਗਤ ਜੀ, ਜਦੋਂ ਇਹਨਾਂ ਮਹਾਂਪੁਰਸ਼ਾਂ ਦਾ ਨਾਮ ਵੀ ਲਈਦਾ ਹੈ ਨਾ, ਭਾਈ ਸਾਹਿਬ ਭਾਈ ਬਹਿਲੋ ਜੀ,
ਭਾਈ ਸਾਹਿਬ ਭਾਈ ਸਾਲੋ ਜੀ, ਭਾਈ ਮੰਝ ਜੀ, ਭਾਈ ਭਗਤੂ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਪਾਰੋ ਜੀ ਬ੍ਰਹਮ ਗਿਆਨੀ, ਭਾਈ ਲਾਲੋ ਜੀ। ਇਹਨਾਂ ਦੇ ਨਾਂ ਲੈਣ ਨਾਲ ਹੀ ਮਨ ਭਿੱਜ ਜਾਂਦਾ, ਠੰਡਾ ਹੋ ਜਾਂਦਾ ਗੁਰਸਿੱਖਾਂ ਦਾ। ਹਾਂਜੀ, ਏਮ ਗੁਰ ਸਿੱਖਿਆਨ ਕੀ ਬਹੁ ਸਿੱਖ। ਅੱਗੇ ਗੁਰਸਿੱਖਾਂ ਦੇ ਵੀ ਜਿਵੇਂ ਗੁਰੂ ਦਾ ਕਹਿੰਦੇ ਪੋਤੇ ਤੇ ਪੋਤਾ ਪੜੋਤਾ ਗਾਂ ਦੀ ਗਾਂ ਚੱਲਦੇ ਨਾ ਪੀੜ੍ਹੀ, ਇੱਦਾਂ ਸਿੱਖ ਤੋਂ ਉੱਪਰ ਸਿੱਖ ਗਾਂ ਦੀ ਗਾਂ ਸਿੱਖ ਬਣੀ ਜਾਂਦੇ ਆ। ਤਿਨਾਂ ਦੇਖ ਮਨ ਚਾਉ ਠੰਡਾ, ਉਹਨਾਂ ਗੁਰਸਿੱਖਾਂ ਨੂੰ ਵੇਖ ਕੇ ਮਨ 'ਚ ਚਾਹ ਪੈਦਾ ਹੁੰਦਾ ਸਿੱਖ ਬਣਨ ਦਾ। ਹੋਏ ਲਖੈ ਸਭ ਭੂਤ ਭਵਿੱਖ। ਹਾਂ, ਅਗਾਂ ਦੀ ਗਾਂ ਸਿੱਖ ਵੇਖ ਵੇਖ ਕੇ ਬਣੀ ਜਾਂਦੇ, ਉਹ ਵੱਧਦੇ ਜਾਂਦੇ। ਆ 5-4 ਕਰੋੜ ਜਿਹੜਾ ਆਪਾਂ ਪੰਜਾਬ ਦੇ ਵਿੱਚ ਅੰਮ੍ਰਿਤਧਾਰੀ ਸਹਿਜਧਾਰੀ ਹੋਰ ਜਿਹੜੀਆਂ ਸਾਧ ਸੰਗਤ ਜੀ ਸੰਗਤਾਂ ਵੇਖਦੇ ਹਾਂ ਹਿੰਦੁਸਤਾਨ ਵਿੱਚ, ਉਧਰ ਸ਼ਿਕਲੀਗੜ੍ਹ ਬਣ ਜਾ ਰਹੇ ਤੇ ਤਿੱਬਤ ਵਿੱਚ, ਤੇ ਕਈ ਤਾਂ ਸੰਪਰਦਾਵਾਂ ਸਾਡੀ ਨਿਗਾਹ ਤੋਂ ਹੀ ਪਰੇ ਹੋ ਗਈਆਂ। ਇੰਨਾ ਦੂਰ ਤੱਕ ਸਿੱਖੀ ਫੈਲੀ, ਜੇ ਵੇਖੀਏ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ 96 ਕਰੋੜ ਖਾਲਸਾ ਕਰਨਾ, ਤੋ ਅਸੀਂ ਤੇ 2 ਕਰੋੜ ਤੇ ਹੀ ਕਈ ਵਾਰੀ ਸਾਡੀ ਗਿਣਤੀ ਨੂੰ ਨਾ ਤਾਲਾ ਲੱਗ ਜਾਂਦਾ, ਤੇ ਕਈ ਵਾਰੀ 2 ਤੋਂ ਪੌਣੇ 2 ਇੱਦਾਂ ਦੀਆਂ ਗੱਲਾਂ ਕਰਦੇ। ਇਹ ਮਹਾਰਾਜ ਸਾਹਿਬ ਜੀ ਦਾ ਪੰਥ ਬਹੁਤ ਵੱਡਾ, ਸਾਰੀ ਦੁਨੀਆ ਹੀ ਇਸ ਕਲਾਵੇ 'ਚ ਆਉਂਦੀ ਹੈ, ਆਪਣੀ ਸੋਚ ਵੱਡੀ ਕਰਨੀ ਪੈਣੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖ ਦੇਖ ਦੇਖ ਕੇ ਹੀ ਬਣੀ ਜਾਂਦੇ ਹਨ। ਸਾਹਿਬ ਭਾਨਾ ਗੁਰ ਟਿਗ ਰਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਭਾਈ ਸਾਹਿਬ ਭਾਈ ਭਾਨਾ ਜੀ ਗੁਰੂ ਸਾਹਿਬ ਦੇ ਕੋਲ ਹੀ ਰਹਿਣ ਲੱਗ ਪਏ ਹਨ। ਸੇਵਤ ਬਾਕ ਸੁਨੈ ਅਰ ਕਹੈ। ਸੇਵਾ ਵੀ ਕਰਦੇ ਦਰਬਾਰ ਸਾਹਿਬ ਵਿੱਚ, ਹੋਰ ਜਿੱਥੇ ਕੋਈ ਸੇਵਾ ਉੱਥੇ ਖੜੇ ਰਹਿੰਦੇ ਆ, ਤੇ ਮਹਾਰਾਜ ਦੇ ਬਚਨ ਸੁਣਦੇ ਰਹਿੰਦੇ। ਭਾਈ ਭਾਨਾ ਜੀ ਬਚਨ ਸੁਣਨ ਦੀ ਬੜੀ ਇੱਛਾ ਹੈ। ਹਾਂਜੀ, ਬਰਿੰਦ ਮਸੰਦ ਬਿਲੰਦ ਆਨੰਦਤ। ਤੇ ਮਸੰਦ ਵੀ ਬੜੇ ਪ੍ਰੇਮ ਨਾਲ ਸੇਵਾ ਕਰਦੇ ਹਨ। ਧਨ ਕੋ ਆਨ ਗੁਰੂ ਪਦ ਬੰਦਤ। ਦੇਸਾਂ ਚੋਂ ਪ੍ਰਦੇਸਾਂ ਚੋਂ ਦੂਰੋਂ ਦੂਰੋਂ ਮਾਇਆ ਗੁਰੂ ਘਰ ਦੇ ਵਿੱਚ ਦਸਵੰਧ ਲਿਆ ਕੇ ਜਮ੍ਹਾਂ ਕਰਾਉਂਦੇ ਹਨ। ਜਹੋ ਦੇਸ਼ ਤੇ ਬਹੁ ਗੁਰ ਕੀ ਕਾਰ। ਉੱਤਰ ਦੱਖਣ ਪੂਰਬ ਪੱਛਮ ਸਾਰੇ ਦੇ ਮੁਲਕਾਂ ਵਿੱਚੋਂ ਗੁਰੂ ਦੀ ਕਾਰ ਭੇਟਾ ਸ੍ਰੀ ਅੰਮ੍ਰਿਤਸਰ ਪਹੁੰਚਦੀ ਹੈ। ਚਲੀ ਆਏ ਕੁਛ ਵਾਰ ਨਾ ਪਾਰ। ਕੋਈ ਅੰਤ ਹੀ ਨਹੀਂ, ਕੋਈ ਪਾਰਾਵਾਰ ਹੀ ਨਹੀਂ। ਕਿਤੇ ਸੰਗਤਾਂ ਘੋੜੇ ਲਿਆ ਰਹੀਆਂ ਨੇ, ਕਿਤੇ ਸ਼ਸਤਰ ਲਿਆ ਰਹੀਆਂ ਨੇ, ਕਿਤੇ ਮਾਇਆ ਦੇ ਗੱਫੇ ਅਰਦਾਸ ਕਰਾ ਰਹੀਆਂ ਨੇ। ਤੇ ਮਹੀ ਖਰਚ ਹਮੇਸ਼ ਵਿਸ਼ੇਸ਼ੂ। ਜਿੰਨਾ ਗੁਰੂ ਘਰ 'ਚ ਮਾਇਆ ਦਾ ਆਮਦਨ ਹੁੰਦੀ ਹੈ, ਉਨੀ ਮਹਾਰਾਜ ਖਰਚੀ ਵੀ ਜਾਂਦੇ ਆ। ਖਾਵਹਿ ਖਰਚਾ ਰਲ ਮਿਲ ਭਾਈ, ਤੋਟ ਨਾ ਆਵੈ ਵਧੋ ਜਾਈ। ਇਹ ਜਦੋਂ ਦਾ ਜੋੜਨ ਦਾ ਸਾਨੂੰ ਝੱਸ ਪਿਆ ਨਾ ਸਾਧ ਸੰਗਤ ਜੀ, ਉਦੋਂ ਦਾ ਪੰਥ ਢਹਿੰਦੀ ਕਲਾ ਵਿੱਚ ਗਿਆ। ਇਹ ਜਦੋਂ ਦੀਆਂ ਕਮੇਟੀਆਂ ਬਣੀਆਂ ਉਦੋਂ ਦਾ ਇਹ ਰਿਵਾਜ ਪਿਆ ਵੀ ਗੁਰਦੁਆਰਿਆਂ ਦਾ ਬਜਟ ਜੋੜ ਕੇ ਰੱਖੋ। ਪੁਰਾਤਨ ਸਿੰਘ ਜਿਹੜੇ ਸੀ ਨਾ, ਨਾਲ ਆਉਂਦਾ ਭਾਵੇਂ ਜ਼ਿਆਦਾ ਘੱਟ ਸੀ ਤੇ ਖਰਚਾ ਜ਼ਿਆਦਾ ਕਰ ਦਿੰਦੇ ਸੀ। ਕਹਿੰਦੇ ਗੋਲਕ ਜੋੜ ਕੇ ਰੱਖਾਂਗੇ, ਲੜਾਈ ਪਏਗੀ, ਝਗੜਾ ਹੋਏਗਾ। ਤੇ ਹੁਣ ਝਗੜੇ ਸਾਰੇ ਪੈਂਦੇ ਕਿਉਂ ਨੇ? ਵੀ ਗੋਲਕਾਂ ਜੋੜ ਜੋੜ ਕੇ ਰੱਖੀਆਂ। ਉਹ ਕਹਿੰਦਾ ਮੈਂ ਪ੍ਰਧਾਨ ਬਣਾ, ਦੂਜਾ ਕਹਿੰਦਾ ਮੈਂ ਬਣਾ, ਤੀਜਾ ਕਹਿੰਦਾ ਮੈਂ ਬਣਾ, ਫਿਰ ਆਪਾਂ ਜੁੱਤਮ ਜੁੱਤਾ ਹੁੰਨੇ ਆ। ਮਹਾਰਾਜ ਸਾਹਿਬ ਦਾ ਹੁਕਮ ਹੈ ਵੀ ਖਾਵਹਿ ਖਰਚਾ ਰਲ ਮਿਲ ਭਾਈ, ਤੋਟ ਨਾ ਆਵੈ ਵਧੋ ਜਾਈ। ਤੇ ਮਹਾਰਾਜ ਉਹਨਾਂ ਹੀ ਖਰਚਾ ਕਰੀ ਜਾਂਦੇ ਨਾਲ ਦੀ ਨਾਲ। ਕਾਲ ਚਲਾਏ ਮਸੰਦ ਅਸ਼ੇਸ਼ੂ। ਗੁਰੂ ਘਰ ਦੇ ਮਸੰਦ, ਗੁਰੂ ਘਰ ਦੀਆਂ ਜ਼ਿੰਮੇਵਾਰੀਆਂ, ਕੋਈ ਲੰਗਰ ਦਾ, ਕੋਈ ਘੋੜਿਆਂ ਦਾ, ਕੋਈ ਹੋਰ ਸੰਗਤਾਂ ਦੀ ਆਮਦਨ, ਉਹ ਸਾਰਾ ਸੰਭਾਲਦੇ ਹਨ। ਕਰਹਿ ਤੁਰੰਗ ਖਰੀਦਨ ਭਾਰੇ। ਮਹਾਰਾਜ ਛੇਵੇਂ ਪਾਤਸ਼ਾਹ ਘੋੜੇ ਖਰੀਦਦੇ ਹਨ, ਚੰਗੇ ਤੋਂ ਚੰਗੇ ਜੰਗੀ ਘੋੜੇ ਖਰੀਦਦੇ ਹਨ। ਵਰਤ ਹੈ ਦੇਗ ਅਚਹਿ ਨਰ ਸਾਰੇ। ਔਰ ਦੇਗਾਂ ਸਾਰਿਆਂ ਨੂੰ ਵਰਤਾਈਆਂ ਜਾਂਦੀਆਂ, ਸਾਰੇ ਦੇਗਾਂ ਛਕਦੇ ਹਨ। ਜਗ ਮਹਿ ਦੋਨੋਂ ਵਸਤੂ ਸਾਰ। ਸਾਧ ਸੰਗਤ ਜੀ, ਦੁਨੀਆ ਦੇ 2 ਹੀ ਚੀਜ਼ਾਂ ਸ੍ਰੇਸ਼ਟ ਹਨ, 2 ਹੀ ਚੀਜ਼ਾਂ ਸਾਰ ਹਨ, ਨਿਚੋੜ ਹਨ। ਇਹ ਪੱਲੇ ਬੰਨ੍ਹ ਲਓ, ਜੇ ਤੁਹਾਡੇ ਕੋਲ ਹਨ ਤੇ ਤੁਸੀਂ ਕਿਸੇ ਮੈਦਾਨ ਹਾਰ ਨਹੀਂ ਸਕਦੇ। ਹਾਂਜੀ, ਦੇਗ ਲੋ ਤੇਗ ਕਰਨ ਜੈਕਾਰ। 2 ਹੀ ਚੀਜ਼ਾਂ ਨੇ ਜਿੱਤ ਮੈਦਾਨ 'ਚ ਦਵਾਉਂਦੀਆਂ, ਇੱਕ ਦੇਗ ਇੱਕ ਤੇਗ। 10ਵੇਂ ਪਾਤਸ਼ਾਹ ਕਹਿੰਦੇ ਦੇਗ ਤੇਗ ਜਗ ਮੈਂ ਦਊ ਚਲੈ, ਰਾਖ ਆਪ ਮੋਇ ਔਰ ਨਾ ਦਲੈ। ਜਿਹਦੇ ਕੋਲ ਦੇਗ ਤੇਗ ਦੀ ਫਤਿਹ, ਉਹਦੀ ਹਰ ਮੈਦਾਨ ਫਤਿਹ ਹੈ। ਹਾਂਜੀ, ਸੋ ਗੁਰ ਘਰ ਮਹਿ ਦਈ ਉਦਾਰਾ। ਧੰਨ ਗੁਰੂ ਨਾਨਕ ਸਾਹਿਬ ਨੇ ਸਾਨੂੰ ਖੁੱਲੀਆਂ ਦੇਗਾਂ ਤੇ ਤੇਗਾਂ ਦੀ ਦਾਤ ਬਖਸ਼ੀ ਹੋਈ ਹੈ। ਦੇਗ ਦਾ ਵੀ ਪ੍ਰਤਾਪ ਹੈ, ਜਿੱਥੇ ਗੁਰੂ ਦੇ ਲੰਗਰ ਚੱਲਦੇ ਆ ਖਾਲਸਾ ਜੀ, ਸਾਰਿਆਂ ਦਾ ਸਿਰ ਝੁਕਦਾ। ਤੇ ਜਦੋਂ ਲੋੜ ਪੈ ਜੇ ਤੇਗ ਦੀ, ਜਦੋਂ ਖਾਲਸੇ ਦੀ ਤੇਗ ਚੱਲਦੀ ਆ, ਫਿਰ ਵੀ ਸਾਰਿਆਂ ਦਾ ਸਿਰ ਝੁਕਦਾ।
ਹਾਂਜੀ। ਜਿਹ ਪੇਖ ਬਿਸਮ ਰਹਿਓ ਜਗ ਸਾਰਾ। ਕਵਿਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਦੀ ਬਖਸ਼ੀ ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ ਜ਼ਾਫਤੇ ਨਾਨਕ ਗੁਰੂ ਗੋਬਿੰਦ ਸਿੰਘ ਜੀ। ਇਹ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਦਾਤ ਦਿੱਤੀ, ਗੁਰੂ ਨਾਨਕ ਸਾਹਿਬ ਨੇ ਦਾਤ ਦਿੱਤੀ ਹੈ। ਦੇਗ ਤੇਗ ਦੀ ਫਤਿਹ ਹੈ। ਇੱਕ ਦਿਨ ਸਤਿਗੁਰ ਚੜੇ ਸ਼ਿਕਾਰ। ਹੁਣ ਸਾਧ ਸੰਗਤ ਜੀ ਅਗਲਾ ਪ੍ਰਸੰਗ ਸ਼ੁਰੂ ਕਰਨ ਦਾ ਸਮਾਂ ਨਹੀਂ ਹੈ। ਹੇ ਗੋਬਿੰਦ ਹੇ ਗੋਪਾਲ